ਤੇ ਮੋਦੀ ਸਾਹਿਬ ਦੇ ਨਾਲ ਸਾਂਝ ਕਰਕੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਪਾਣੀ 'ਚ ਮਧਾਣੀ ਪਾ ਕੇ ਬੈਠਿਆ, ਜਿੱਥੋਂ ਨਿਕਲਣਾ ਕੱਖ ਨਹੀਂ ਗਾ। ਪਰ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ ਜਿਹੜਾ ਠੋਸ ਪ੍ਰੋਗਰਾਮ ਜਿਹੜਾ ਆ ਇਹ ਕਿਸਾਨੀ ਸੰਘਰਸ਼ ਵਾਸਤੇ ਲੜਨ ਜਾ ਰਿਹਾ। ਔਰ ਕਿਸਾਨੀ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਰਾਜਨੀਤਿਕ ਸੰਬੰਧ ਸੀ, ਜਿਹੜਾ ਗੱਠਜੋੜ ਸੀਗਾ, ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਤੋੜਿਆ। ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇਹ ਜਿਹੜਾ ਹੁਣ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਰਾਜਨੀਤਿਕ ਤੌਰ ਤੇ ਕਿਸੇ ਵੀ ਤਰ੍ਹਾਂ ਦੀ, ਕਿਸੇ ਵੀ ਰੂਪ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਪਈ ਜੀ। ਇਹਦਾ ਮਤਲਬ ਤੁਸੀਂ ਮਾਨਤਾ ਦੇ ਰਹੇ ਜੀ ਉਸ ਕਾਨੂੰਨ ਨੂੰ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਦੇ ਰਹੇ ਜੀ। ਕੱਲ ਨੂੰ ਸੁਪਰੀਮ ਕੋਰਟ 'ਚ ਕੇਸ ਜਾਂਦਾ ਹੈ, ਪੰਜਾਬ ਦੀ ਸਰਕਾਰ ਸੁਪਰੀਮ ਕੋਰਟ 'ਚ ਜਾਂਦੀ ਹੈ ਨਾ ਕਾਲੇ ਕਾਨੂੰਨਾਂ ਦੇ ਵਿਰੁੱਧ, ਤੇ ਉਹਨਾਂ ਨੇ ਕਹਿਣਾ ਤੁਸੀਂ ਤੇ ਆਪ ਪੰਜਾਬ ਦੀ ਵਿਧਾਨ ਸਭਾ 'ਚ ਸਰਕਾਰ ਕੀਤਾ ਨਾ ਕਾਲੇ ਕਾਨੂੰਨਾਂ ਨੂੰ। ਭਾਈ ਸਤਵੰਤ ਸਿੰਘ ਨੇ ਤੇ ਭਾਈ ਕੇਰ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਦੀ ਸਜ਼ਾ ਦੇ ਕੇ ਉਹਨੂੰ ਉਹਦੇ ਘਰ ਦੇ ਵਿੱਚ ਹੀ ਸੋਧਿਆ ਸੀਗਾ, ਉਹਦਾ ਕਤਲ ਕੀਤਾ ਸੀਗਾ। ਤੇ ਉਸ ਦਿਨ ਅਰਵਿੰਦ ਕੇਜਰੀਵਾਲ ਜੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਪੇਸ਼ ਕਰਦੇ, ਉਹਨਾਂ ਦਾ ਗੁਣਗਾਨ ਕਰਦੇ। ਹੁਣ ਤੇ ਕੇਜਰੀਵਾਲ ਸਾਹਿਬ ਖੁਦ ਵੀ ਸਵੀਕਾਰ ਕਰ ਚੁੱਕੇ ਕਿ ਮੇਰਾ ਪਰਿਵਾਰ RSS ਨਾਲ ਸੰਬੰਧਿਤ ਹੈ, ਤੇ ਜਿਹਦੀ ਵਿਚਾਰਧਾਰਾ RSS ਹੈ ਤੇ ਫਿਰ ਉਹ RSS ਦੀ ਵਿਚਾਰਧਾਰਾ ਵਾਲੇ ਦੇ ਵਿਰੁੱਧ ਕਿਵੇਂ ਕਰ ਸਕਦੇ? ਹਾਕਮ ਬਜ਼ਿਦ ਹੋਣ, ਜਿੱਦੀ ਹੋਣ, ਉਹਨਾਂ ਤੱਕ ਗੂੰਗੇ ਤੇ ਬੋਲੇ ਹੋਣ, ਉਹਨਾਂ ਤੱਕ ਆਵਾਜ਼ ਪਹੁੰਚਾਉਣ ਲਈ ਫਿਰ ਸੰਘਰਸ਼ ਕਰਨੇ ਪਏ। ਰਿਪੋਰਟ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੋ। ਇਸ ਵਕਤ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਜ਼ਿਲ੍ਹਾ ਤਰਨਤਾਰਨ ਦੇ ਦੂਜੀ ਵਾਰ ਬਣੇ ਪ੍ਰਧਾਨ ਸਰਦਾਰ ਵਿਰਸਾ ਸਿੰਘ ਵਲਟੋਆ, ਤੇ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿੱਥੇ ਖੜਾ ਹੈ। ਵਲਟੋਆ ਸਾਹਿਬ, ਪਹਿਲਾਂ ਤਾਂ ਤੁਹਾਨੂੰ ਦੂਜੀ ਵਾਰ ਪ੍ਰਧਾਨ ਬਣ ਤੇ ਜਿਹੜਾ ਵਾ ਉਹ ਵਧਾਈ ਹੋਵੇ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈਆਂ। ਵਲਟੋਆ ਸਾਹਿਬ, ਜਿਹੜਾ ਕਿਸਾਨੀ ਅੰਦੋਲਨ ਇਸ ਵਕਤ ਪੰਜਾਬ ਚੱਲ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਮੇਨ ਜਿਹੜਾ ਵੋਟ ਬੈਂਕ ਆ ਉਹ ਕਿਸਾਨੀ ਦੇ ਵਿੱਚ ਹੀ ਸਮਝਿਆ ਜਾਂਦਾ ਵਾ, ਜੜ੍ਹਾਂ ਜਿਹੜੀਆਂ ਨੇ, ਤੇ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਕਿੱਥੇ ਇੱਕ ਜਿਹੜਾ ਵਾ ਉਹ ਰਾਜਨੀਤਿਕ ਤੌਰ ਤੇ ਲੈ ਕੇ ਖੜਾ ਵਾ ਇਸ ਦੇ ਪ੍ਰਤੀਕ ਦੇ ਵਿੱਚ? ਦੇਖੋ, ਪਹਿਲੀ ਤਾਂ ਗੱਲ ਹੈ ਕਿ ਪੂਰੇ ਹਿੰਦੁਸਤਾਨ 'ਚ ਇੱਕੋ ਇੱਕ ਰਾਜਨੀਤਿਕ ਪਾਰਟੀ ਹੈ ਜਿਹੜੀ ਕਿਸਾਨਾਂ ਦੀ ਪਾਰਟੀ ਹੈ। ਪਰ ਪੂਰੇ ਹਿੰਦੁਸਤਾਨ 'ਚ ਹੁਣ ਤੱਕ 3 ਕਿਸਾਨ ਨੇਤਾ ਹੀ ਹੋਏ ਨੇ, ਚਾਹੇ ਉਹ ਚੌਧਰੀ ਦੇਵੀ ਲਾਲ ਸੀਗੇ, ਚਾਹੇ ਚੌਧਰੀ ਚਰਨ ਸਿੰਘ ਸੀਗੇ। ਤੇ ਜੇ ਅੱਜ ਪੂਰੇ ਦੇਸ਼ ਦੇ ਵਿੱਚੋਂ ਕੋਈ ਕਿਸਾਨ ਨੇਤਾ ਤਾਂ ਸਭ ਪ੍ਰਕਾਸ਼ ਸਿੰਘ ਬਾਦਲ ਨੇ, ਜਿਨ੍ਹਾਂ ਨੂੰ ਕਿਸਾਨ ਨੇਤਾ ਦੇ ਤੌਰ ਤੇ ਜਾਣਿਆ ਜਾਂਦਾ। ਤੇ ਕਿਸਾਨਾਂ ਦੀ ਪਾਰਟੀ ਹੋਣ ਕਰਕੇ ਜਿਹੜਾ ਇਹ ਕਿਸਾਨੀ ਸੰਘਰਸ਼ ਹੋਇਆ ਹੈ, ਜਿਹੜਾ ਕੇਂਦਰ ਸਰਕਾਰ ਵੱਲੋਂ ਕਿਸਾਨੀ ਨੂੰ ਖਤਮ ਕਰਨ ਲਈ, ਕਿਸਾਨੀ ਦਾ ਨੁਕਸਾਨ ਕਰਨ ਲਈ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਵਾਸਤੇ ਜਿਹੜੇ ਕਾਲੇ ਕਾਨੂੰਨ ਆਏ ਨੇ, ਉਹਨਾਂ ਦੇ ਵਿਰੁੱਧ ਜੋ ਸੰਘਰਸ਼ ਚੱਲ ਰਿਹਾ ਹੈ ਪੂਰੇ ਦੇਸ਼ ਭਾਵੇਂ ਚੱਲ ਰਿਹਾ ਹੈ, ਖਾਸ ਕਰਕੇ ਪੰਜਾਬ 'ਚ, ਤੇ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਦੇ ਨਾਲ ਹੈ। ਔਰ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਹਨੇ ਕਿਸਾਨੀ ਦੀ ਖਾਤਰ ਜਿਹੜੀ ਦੇਸ਼ ਦੀ ਵਜ਼ੀਰੀ ਹੈ, ਜਿਹੜੀ ਕੇਂਦਰੀ ਵਜ਼ਾਰਤ ਹੈ, ਜਿਹੜੀ ਯੂਨੀਅਨ ਮਿਨਿਸਟਰੀ ਹੈ, ਉਹਦੇ ਤੋਂ ਮੈਂ ਅਸਤੀਫਾ ਦਿੱਤਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਸਤੀਫਾ ਦੇ ਕੇ ਆਏ ਨੇ। ਔਰ ਕਿਸਾਨੀ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਰਾਜਨੀਤਿਕ ਸੰਬੰਧ ਸੀ, ਜਿਹੜਾ ਗੱਠਜੋੜ ਸੀਗਾ, ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਤੋੜਿਆ। ਤੇ ਇਸੇ ਕਰਕੇ ਤੋੜਿਆ ਹੈ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਹੈ। ਔਰ ਅੱਜ ਵੀ ਜਿੱਥੇ ਵੀ ਕਿਤੇ ਧਰਨੇ ਮੁਜ਼ਾਹਰੇ ਚੱਲਦੇ ਨੇ, ਜਿੱਥੇ ਹੋਰ ਪਾਰਟੀ ਨਾਲ ਸੰਬੰਧਿਤ ਲੋਕ ਵਿੱਚ ਸ਼ਮੂਲੀਅਤ ਕਰਦੇ ਨੇ, ਉਹਦੇ ਵਿੱਚ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੇ ਲੋਕ ਉਹ ਸੋਚ ਦੇ ਧਾਰਨੀ ਨੇ ਉਹ ਸ਼ਾਮਲ ਹੋ ਰਹੇ। ਵਲਟੋਆ ਸਾਹਿਬ, ਜਿਵੇਂ ਕਿ ਤੁਸੀਂ ਇੱਕ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਜਿਹੜਾ ਵਾ ਉਹ ਰੋਲ ਜਿਹੜਾ ਤੁਹਾਨੂੰ ਨਿਭਾਉਣਾ ਚਾਹੀਦਾ, ਕਿਤੇ ਤੁਸੀਂ ਸਮਝਦੇ ਨਹੀਂ ਕਿ ਉਸ ਮੁੱਦੇ ਨੂੰ ਜਿਹੜਾ ਵਾ, ਇਸ ਕਿਸਾਨੀ ਅੰਦੋਲਨ ਦੇ ਮੁੱਦੇ ਨੂੰ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹ ਤੁਹਾਡੇ ਹੱਥੋਂ ਖੋ ਕੇ ਤੇ ਆਪ ਅੱਗੇ ਵਧ ਰਹੇ ਆ ਇਸ ਮੁੱਦੇ ਨੂੰ ਲੈ ਕੇ, ਜਿਹੜਾ ਤੁਹਾਡਾ ਫਰਜ਼ ਬਣਦਾ ਵਾ ਲੜਨ ਦਾ, ਅੱਗੇ ਹੋ? ਦੇਖੋ, ਜੇ ਤੇ ਕੈਪਟਨ ਅਮਰਿੰਦਰ ਸਿੰਘ ਵਰਗੀ ਲੜਾਈ ਲੜਨੀ ਹੈ
ਤੇ ਜੇ ਪਾਣੀ 'ਚ ਮਧਾਣੀ ਪਾਉਣੀ ਹੈ ਤੇ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਪਾ ਛੱਡੋ। ਕੈਪਟਨ ਅਮਰਿੰਦਰ ਸਿੰਘ ਕੇਵਲ ਤੇ ਕੇਵਲ ਡਰਾਮਾ ਕਰ ਰਹੇ ਨੇ। ਅਸੀਂ ਨਹੀਂ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਅਕਾਲੀ ਦਲ ਨਹੀਂ ਕਹਿ ਰਿਹਾ, ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਸਾਨ ਜਥੇਬੰਦੀਆਂ ਨਾਲ, ਰਾਜਨੀਤਿਕ ਪੰਜਾਬ ਦੀਆਂ ਪਾਰਟੀਆਂ ਨਾਲ ਮੀਟਿੰਗ ਸੱਦੀ ਸੀ ਤੇ ਫੈਸਲਾ ਕੀਤਾ ਸੀਗਾ। ਅਜੇ ਉਦੋਂ ਆਰਡੀਨੈਂਸ ਸੀ, ਇਹ ਪਾਰਲੀਮੈਂਟ ਦੇ ਵਿੱਚ ਕਾਨੂੰਨ ਨਹੀਂ ਸੀ ਬਣੇ ਕਿ ਮੈਂ ਇੱਕ ਵਫਦ ਲੈ ਕੇ, ਵਫਦ ਦੀ ਅਗਵਾਈ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਜਾਵਾਂਗਾ ਕਿ ਇਹ ਜਿਹੜੇ ਆਰਡੀਨੈਂਸ ਨੇ ਇਹ ਕਿਸਾਨ ਵਿਰੋਧੀ ਨੇ। ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਗਏ? ਨਹੀਂ ਗਏ। ਕਿਉਂ ਨਹੀਂ ਗਏ ਇਹ ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ। ਫਿਰ ਇੱਕ ਜਿਹੜੇ ਆਰਡੀਨੈਂਸਾਂ ਦੇ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਸੱਦਿਆ, ਉਹਦੇ ਵਿੱਚ ਮਤਾ ਪਾਸ ਕੀਤਾ ਗਿਆ ਤੇ ਮਤਾ ਦਿੱਲੀ ਭੇਜਣ ਦੀ ਬਜਾਏ, ਕੇਂਦਰ ਸਰਕਾਰ ਕੋਲੇ ਭੇਜਣ ਦੀ ਬਜਾਏ, ਉਹ ਮਤਾ ਅੱਜ ਵੀ ਜਿਹੜਾ ਆ ਪੰਜਾਬ ਦੇ ਸਿਵਲ ਸਕੱਤਰ ਦੇ ਵਿੱਚ, ਮੁੱਖ ਸਕੱਤਰ ਦੇ ਦਫ਼ਤਰ ਦੇ ਵਿੱਚ ਪਿਆ ਹੈ। ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਤੁਸੀਂ ਕਾਰਵਾਈ ਕੀਤੀ ਹੋਵੇ, ਮਤਾ ਪਾਸ ਕੀਤਾ ਹੋਵੇ ਤੇ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਭੇਜਿਆ? ਇਹਦੇ ਪਿੱਛੇ ਕੀ ਕਮਜ਼ੋਰੀ ਹੈ? ਤੀਜਾ ਫਿਰ ਵਿਧਾਨ ਸਭਾ ਦਾ ਸੈਸ਼ਨ ਸੱਦਿਆ। ਪਹਿਲੀ ਗੱਲੋਂ ਤੋਂ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਸੱਦਣ ਤੋਂ ਭੱਜ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਹੋਰੀ। ਉਹ ਕਹਿੰਦੇ ਸੀ ਲੋੜ ਹੀ ਨਹੀਂ ਗੀ, ਕਰ ਹੀ ਕੁਛ ਨਹੀਂ ਸਕਦੇ। ਜੇ ਸੱਦਿਆ ਹੀ ਸੱਦਿਆ ਤੇ ਬਥੇਰਾ ਸਾਰਿਆਂ ਨੇ ਕਿਹਾ ਕਿ ਸਲਾਹ ਮਸ਼ਵਰੇ ਦੇ ਨਾਲ ਜਿਹੜੇ ਆ ਇਹਨਾਂ ਕਾਨੂੰਨਾਂ ਦੇ ਵਿਰੁੱਧ ਜਿਹੜਾ ਆ ਆਪਾਂ ਫੈਸਲਾ ਕਰਕੇ ਕੋਈ ਕਦਮ ਚੁੱਕੀਏ, ਤੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਜਿਸ ਦਿਨ ਵਿਧਾਨ ਸਭਾ ਦਾ ਸੈਸ਼ਨ ਸੀ ਉਸ ਦਿਨ 10 ਵਜੇ ਲਿਆਣ ਕੇ ਜਿਹੜੇ ਕਾਨੂੰਨ ਸੀਗੇ, ਜੋ ਵੀ ਪਾਸ ਕਰਨਾ ਸੀਗਾ, ਉਹ ਟੇਬਲ ਤੇ ਰੱਖਿਆ ਕਿ ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗ ਸਕੇ ਵੀ ਕੀ ਲਿਆ ਰਹੇ ਆ ਕੀ ਨਹੀਂ ਲਿਆ ਰਹੇ। ਉਲਟਾ ਕੀ ਕੀਤਾ ਕਿ ਉਹਨਾਂ ਕਾਨੂੰਨਾਂ ਨੂੰ ਮਾਨਤਾ ਦੇ ਦਿੱਤੀ, ਕੇਵਲ ਤੇ ਕੇਵਲ ਅਮੈਂਡਮੈਂਟਸ ਕੀਤੀਆਂ। ਅਮੈਂਡਮੈਂਟ ਵੀ ਕੀ ਕੀਤੀ ਕਿ ਜੇ ਐਮਐਸਪੀ ਤੇ ਪੰਜਾਬ ਦੇ ਅੰਦਰ ਕੋਈ ਜਿਣਸ ਨਹੀਂ ਖਰੀਦੂ ਤੇ ਉਹਨੂੰ ਜਿਹੜੀ ਹੈ 3 ਸਾਲ ਦੀ ਸਜ਼ਾ ਹੋ। ਤੇ ਜਦੋਂ ਕੇਂਦਰ ਸਰਕਾਰ ਨੇ ਐਮਐਸਪੀ ਖਤਮ ਕਰ ਲਈ, ਐਮਐਸਪੀ ਤੋਂ ਹੱਥ ਹੀ ਪਿੱਛੇ ਖਿੱਚ ਲਿਆ, ਤੇ ਜਦੋਂ ਐਮਐਸਪੀ ਰਹੀ ਨਾ, ਐਲਾਨ ਹੀ ਨਾ ਹੋਈ, ਤੇ ਫਿਰ ਸਜ਼ਾ ਕਿਉਂ ਦੇਣੀ? ਇਸ ਕਰਕੇ ਜਿਹੜੇ ਡਰਾਮੇ ਕੀਤੇ ਗਏ, ਹੁਣ ਕਦੀ ਗਵਰਨਰਾਂ ਨੂੰ ਭੱਜ ਉੱਠਦੇ ਆ, ਕਦੀ ਰਾਸ਼ਟਰਪਤੀ ਵੱਲ ਨੂੰ ਭੱਜ ਉੱਠਦੇ ਆ। ਰਾਸ਼ਟਰਪਤੀ ਨੇ ਟਾਈਮ ਨਹੀਂ ਦਿੱਤਾ, ਕਹਿੰਦੇ ਰਾਸ਼ਟਰਪਤੀ ਕੋਲੇ ਜਾਣਾ, ਰਾਸ਼ਟਰਪਤੀ ਕਹਿੰਦਾ ਕਿ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਲਿਆ। ਤੇ ਹੁਣ ਕਦੀ ਇੱਕ ਘੰਟੇ ਵਾਲੇ ਧਰਨੇ ਦੇ ਨਾਲ ਵੀ ਸਰਕਾਰਾਂ ਦੇ ਅਸਰ ਹੁੰਦੇ। ਤੇ ਜੇ ਕੈਪਟਨ ਅਮਰਿੰਦਰ ਸਿੰਘ ਵਰਗੀ ਲੜਾਈ ਲੜਨੀ ਹੈ ਤੇ ਫਿਰ ਤੇ ਇਹੀ ਜਿਹੜੀ ਇਹ ਚੋਂ ਨਿਕਲਣਾ ਕੱਟ ਨਹੀਂ। ਡਾਕਟਰ ਸਾਹਿਬ, ਕੀ ਤੁਸੀਂ ਸਮਝਦੇ ਜੇ ਕਿ ਉਹਨਾਂ ਨੇ ਜਿਹੜੇ ਮਤਲਬ ਵਿਧਾਨ ਸਭਾ 'ਚ ਬਿੱਲ ਲਿਆਂਦੇ ਆ, ਜਿਹੜੀ ਕਾਨੂੰਨ ਬਣਾਏ, ਅਮੈਂਡਮੈਂਟਸ ਕੀਤੀਆਂ, ਕੀ ਤੁਸੀਂ ਸਮਝਦੇ ਜੇ ਕਿ ਵਿਧਾਨ ਸਭਾ ਨੂੰ ਜਿਹੜੀਆਂ ਵਾ ਜਿਹੜੇ ਕਾਨੂੰਨ ਰੱਦ ਕਰਕੇ ਤੇ ਆਪਣੀਆਂ ਜਿਹੜੀਆਂ ਹੈਗੀਆਂ ਹੱਦਾਂ ਉਹ ਐਗਜ਼ੀਕਿਊਟ ਕਰਨੀਆਂ ਚਾਹੀਦੀਆਂ, ਆਪਣੇ ਕਾਨੂੰਨ ਲਿਆਉਣੇ ਚਾਹੀਦੇ? ਬਿਲਕੁਲ, ਇਹ ਕੋਈ ਡਰਾਮਾ ਨਹੀਂ ਕਿ ਤੁਸੀਂ ਇੱਕ ਬੰਨੇ ਤੇ ਕਹਿੰਦੇ ਜੇ ਇਹ ਕਾਨੂੰਨ ਮਾੜੇ, ਫਿਰ ਜੇ ਤੁਸੀਂ ਉਹਨਾਂ 'ਚ ਅਮੈਂਡਮੈਂਟ ਕਰ ਰਹੇ ਜੀ, ਇਹਦਾ ਮਤਲਬ ਤੁਸੀਂ ਮਾਨਤਾ ਦੇ ਰਹੇ ਜੀ ਉਸ ਕਾਨੂੰਨ ਨੂੰ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਦੇ ਰਹੇ ਜੇ। ਕੱਲ ਨੂੰ ਸੁਪਰੀਮ ਕੋਰਟ 'ਚ ਕੇਸ ਜਾਂਦਾ ਹੈ, ਪੰਜਾਬ ਦੀ ਸਰਕਾਰ ਸੁਪਰੀਮ ਕੋਰਟ 'ਚ ਜਾਂਦੀ ਹੈ ਨਾ ਕਾਲੇ ਕਾਨੂੰਨਾਂ ਦੇ ਵਿਰੁੱਧ, ਤੇ ਉਹਨਾਂ ਤੇ ਕਹਿਣਾ ਤੁਸੀਂ ਤੇ ਆਪ ਪੰਜਾਬ ਦੀ ਵਿਧਾਨ ਸਭਾ 'ਚ ਸਵੀਕਾਰ ਕੀਤਾ ਨਾ ਕਾਲੇ ਕਾਨੂੰਨਾਂ ਨੂੰ, ਕੇਵਲ ਤੇ ਕੇਵਲ ਤੁਹਾਨੂੰ 3 ਸਾਲ ਦੀ ਸਜ਼ਾ ਰੱਖੀ ਹੈ। ਜੇ ਐਮਐਸਪੀ ਤੋਂ ਕੋਈ ਭੱਜੂਗਾ ਤਾਂ 3 ਸਾਲ ਦੀ ਸਜ਼ਾ ਦੇ ਰਿਹਾ ਜੀ, ਬਾਕੀ ਗੱਲਾਂ ਤੇ ਮੰਨੋ। ਇਸ ਕਰਕੇ ਜਿਹੜਾ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਇੱਕ ਬੰਨੇ ਤੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਸਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਦੇ, ਤੇ ਦੂਜੇ ਬੰਨੇ ਉਹਨਾਂ ਕਾਨੂੰਨਾਂ ਨੂੰ ਸਵੀਕਾਰ ਕਰਕੇ ਕੇਵਲ ਤੇ ਕੇਵਲ ਉਹ 'ਚ ਸੋਧਾ ਕਰ ਰਹੇ ਨੇ। ਜਿਹੜਾ ਕਿ ਡਰਾਮਾ ਕੀਤਾ ਗਿਆ, ਜਿਹੜਾ ਕਿ ਛਲਾਵਾ ਕੀਤਾ ਗਿਆ, ਜਿਹੜਾ ਕਿ ਧੋਖਾ ਕੀਤਾ ਗਿਆ, ਇੱਥੋਂ ਤੱਕ ਧੋਖਾ ਕੀਤਾ ਗਿਆ। ਪੰਜਾਬ ਦੇ ਲੋਕਾਂ ਨੂੰ ਤਾਂ ਕੀ ਪਤਾ ਲੱਗਣਾ ਸੀ, ਕਿਸਾਨ ਜਥੇਬੰਦੀਆਂ ਨੂੰ ਤਾਂ ਕੀ ਪਤਾ ਲੱਗਣਾ, ਜਿਹੜੇ ਵਿਧਾਨ ਸਭਾ ਦੇ ਵਿੱਚ ਬੈਠੇ ਐਮਐਲਏ ਸਾਹਿਬਾਨ ਸੀਗੇ, ਵਿਰੋਧੀ ਧਿਰਾਂ ਬੈਠੀਆਂ ਸੀਗੀਆਂ, ਮੇਰਾ ਖਿਆਲ ਵਿਰੋਧੀ ਧਿਰਾਂ ਵੀ ਛੱਡ ਕੇ ਜਿਹੜੇ ਉਹਨਾਂ ਦੇ ਆਪ ਦੇ ਬੈਠੇ ਸੀ, ਉਹਨਾਂ ਨੂੰ ਨਹੀਂ ਪਤਾ ਲੱਗਾ ਵੀ ਕੀ ਹੋ ਰਿਹਾ। ਇਹ ਵੱਡਾ ਸਾਹਿਬ, ਜਿਵੇਂ ਤੁਸੀਂ ਉਹਨਾਂ ਦੀ ਗੱਲ ਨੂੰ ਮਤਲਬ ਤੁਸੀਂ ਕਹਿ ਰਹੇ ਜੇ ਵੀ ਤੁਹਾਡੇ ਮੁਤਾਬਕ ਉਹ ਡਰਾਮਾ ਕਰ ਰਿਹਾ, ਲੇਕਿਨ ਤੁਸੀਂ ਇਹ ਨਹੀਂ ਸਮਝਦੇ ਵੀ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਅੱਗੇ ਫਰੰਟ ਫੁੱਟ ਤੇ ਆਇਆ ਸੀਗਾ ਇਸ ਕਿਸਾਨੀ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ, ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਕੇਂਦਰੀ ਵਜ਼ੀਰੀ ਤੋਂ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਜਿਹੜਾ ਵਾ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਜਿਹੜਾ ਆਮ ਤੌਰ ਤੇ ਦਿੱਲੀ ਦੇ ਵਿੱਚ ਵੀ ਮਜ਼ਬੂਤ ਸਮਝਿਆ ਜਾਂਦਾ, ਕੀ ਤੁਸੀਂ ਇਹ ਲੋੜ ਨਹੀਂ ਮਹਿਸੂਸ ਕਰਦੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਗੇ ਹੋ ਕੇ ਜਾ ਕੇ ਦਿੱਲੀ ਦੇ ਵਿੱਚ ਵੀ ਇਸ ਸੰਬੰਧੀ ਜਿਹੜਾ ਆਪਣਾ ਪ੍ਰੋਟੈਸਟ ਜਿਹੜਾ ਕਰੇ ਤੇ ਤਾਂ ਕਿਸਾਨੀ ਅੰਦੋਲਨ ਜਿਹੜਾ ਵਾ ਉਹ ਕਿਸੇ ਪਾਸੇ ਲੱਗ ਸਕੇ? ਦੇਖੋ, ਪਹਿਲੀ ਤੇ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਕੋਈ ਰਾਜਨੀਤਿਕ ਪਾਰਟੀ ਸਾਡੇ ਪੈਰਲਲ ਪ੍ਰੋਗਰਾਮ ਨਾ ਦੇ, ਵੀ ਜਿਹੜੀ ਇਸ ਕਿਸਾਨੀ ਸੰਘਰਸ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਜ਼ਰ ਨਾ ਆਵੇ। ਜਿਹਨੇ ਵੀ ਪਾਰਟਿਸਪੇਸ਼ਨ ਕਰਨੀ ਹੈ, ਨਾ ਤਾਂ ਝੰਡਾ ਲੈ ਕੇ ਆਵੇ, ਨਾ ਰਾਜਨੀਤਿਕ ਨਾਰਾ ਲੱਗੂਗਾ, ਰਾਜਨੀਤਿਕ ਪਾਰਟੀ ਦਾ ਨਾਰਾ ਲੱਗੂਗਾ। ਬੜਾ ਵਧੀਆ ਉਹਨਾਂ ਦਾ ਇਹ ਫੈਸਲਾ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਉਹਦੀ ਵੀ ਪਾਲਣਾ ਕਰ ਰਿਹਾ। ਪਰ ਸ਼੍ਰੋਮਣੀ ਅਕਾਲੀ ਦਲ ਨੇ 25 ਸਤੰਬਰ ਦੇ
ਪੰਜਾਬ ਬੰਦ ਦੇ ਵਿੱਚ ਪੂਰੀ ਸ਼ਮੂਲੀਅਤ ਕੀਤੀ। 1 ਅਕਤੂਬਰ ਨੂੰ ਤਿੰਨਾਂ ਤਖਤ ਸਾਹਿਬਾਨਾਂ ਤੋਂ ਵਿਸ਼ਾਲ ਕਿਸਾਨ ਰੋਸ ਮਾਰਚ ਜਿਹੜੇ ਚੰਡੀਗੜ੍ਹ ਤੱਕ ਲੈ ਕੇ ਗਏ। ਔਰ ਉਸ ਤੋਂ ਬਾਅਦ ਜਿਹੜਾ ਆ ਹੁਣ ਅਗਲਾ ਪ੍ਰੋਗਰਾਮ ਜਿਹੜਾ ਅਗਲੀ ਰਣਨੀਤੀ ਜਿਹੜੀ ਆ, ਕਿਉਂਕਿ ਆ ਜਿਹੜੇ ਝੋਨੇ ਦੀ ਵਢਾਈ ਦਾ ਦਿਨ ਚੱਲ ਰਹੇ ਸੀ, ਨਾਲ ਹੀ ਕਣਕ ਦੀ ਬਿਜਾਈ ਦੇ ਦਿਨ ਚੱਲ ਰਹੇ ਸੀਗੇ। ਇਸ ਤੋਂ ਬਾਅਦ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਬਕਾਇਦਾ ਜਿਹੜਾ ਪ੍ਰੋਗਰਾਮ ਉਲੀਕੂਗਾ ਔਰ ਸ਼੍ਰੋਮਣੀ ਅਕਾਲੀ ਦਲ ਵੱਡੇ ਵੱਡੇ ਸੰਘਰਸ਼ ਲੜਦਾ ਰਿਹਾ ਔਰ ਇਸ ਸੰਘਰਸ਼ ਦੇ ਵਿੱਚ ਵੀ ਸਿੱਧੇ ਰੂਪ ਜਿਹੜਾ ਆ ਠੋਸ ਪ੍ਰੋਗਰਾਮ ਉਲੀਕ ਕੇ ਜਿਹੜਾ ਉਹ ਕਾਰਵਾਈ ਕੀਤੀ ਜਾਊਗੀ। ਔਰ ਦੂਸਰੀ ਗੱਲ ਜਿਹੜੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ, ਪੰਜਾਬ ਦੇ ਲੋਕਾਂ ਦੇ ਮੁਖੀ ਨੇ, ਤੇ ਜੇ ਮੁਖੀ ਜਿਹੜਾ ਆ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਨਹੀਂ ਚੱਲਦਾ, ਸਾਰੀਆਂ ਧਿਰਾਂ ਨੂੰ ਆਵਾਜ਼ ਮਾਰ ਕੇ ਬਹਿ ਕੇ ਸਲਾਹ ਕਰਕੇ ਕੋਈ ਪ੍ਰੋਗਰਾਮ ਨਹੀਂ ਬਣਾਉਂਦਾ, ਇਹਦਾ ਮਤਲਬ ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਸੇ ਨਾ ਕਿਸੇ ਰੂਪ 'ਚ ਜਾਂ ਤਾਂ ਕਿਸੇ ਦਾ ਡਰ ਆ ਤੇ ਜਾਂ ਕਿਸੇ ਨਾਲ ਸਾਂਝ ਹੈ। ਤੇ ਸਾਂਝ ਕਿਹਦੇ ਨਾਲ ਹੈ? ਮੋਦੀ ਸਾਹਿਬ ਨਾਲ ਹੈ। ਹਾਂਜੀ, ਤੇ ਮੋਦੀ ਸਾਹਿਬ ਦੇ ਨਾਲ ਸਾਂਝ ਕਰਕੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਪਾਣੀ 'ਚ ਮਧਾਣੀ ਪਾ ਕੇ ਬੈਠਿਆ, ਜਿਸ 'ਚੋਂ ਨਿਕਲਣਾ ਕੱਖ ਨਹੀਂ ਗਾ। ਪਰ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ ਜਿਹੜਾ ਠੋਸ ਪ੍ਰੋਗਰਾਮ ਜਿਹੜਾ ਆ ਇਹ ਕਿਸਾਨੀ ਸੰਘਰਸ਼ ਵਾਸਤੇ ਲੜਨ ਜਾ ਰਿਹਾ। ਪਿੰਡੋ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਪਾਣੀ 'ਚ ਵਧਾਣੀ ਵਾਲੀ ਗੱਲ, ਤੇ ਜਿਹੜੇ ਕੇਂਦਰ ਸਰਕਾਰ ਆ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਵੇਂ ਰੇਲ ਗੱਡੀਆਂ, ਮਾਲ ਗੱਡੀਆਂ ਬੰਦ ਕਰ ਦੇਣੀਆਂ, ਵੱਖ-ਵੱਖ ਰਾਜਨੀਤਿਕ ਧਿਰਾਂ ਜਿਵੇਂ ਪੰਜਾਬ ਦੀ ਸਰਕਾਰ ਜਾਂ ਚੀਫ ਸੈਕਟਰੀ ਵੱਲੋਂ ਵੀ ਕਹੇ ਜਾਣ ਤੇ ਉਹਨਾਂ ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ, ਸ਼ਾਇਦ ਭਵਿੱਖ ਵਿੱਚ ਕੋਈ ਹੋ ਜਾਵੇ ਤੇ ਕਹੀ ਨਹੀਂ ਜਾ ਸਕਦੀ। ਕੀ ਤੁਸੀਂ ਸਮਝ ਨਹੀਂ ਰਹੇ ਕਿ ਇਹ ਕੇਂਦਰ ਸਰਕਾਰ ਜਿਹੜੀ ਆ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਟਕਰਾਓ ਦੀ ਨੀਤੀ ਜਿਹੜੀ ਆ ਉਹ ਬਣਾ ਰਹੀ ਹੈ? ਦੇਖੋ, ਜਿਸ ਲੀਹ ਤੇ ਕੇਂਦਰ ਸਰਕਾਰ ਚੱਲ ਰਹੀ ਹੈ, ਮੋਦੀ ਸਰਕਾਰ ਚੱਲ ਰਹੀ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਤੇ ਉਹਦੇ ਸਾਥੀ ਚੱਲ ਰਹੇ ਨੇ, ਇਹ ਕੋਈ ਦੇਸ਼ ਦੇ ਹਿੱਤ ਵਿੱਚ ਨਹੀਂ। ਇਹਦੇ ਨਾਲ ਪੰਜਾਬ ਦਾ ਨੁਕਸਾਨ ਤੇ ਹੋ ਹੀ ਰਿਹਾ ਹੈ, ਸਮੁੱਚੇ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰਾਂ ਕਦੀ ਜਿੱਦ ਨਹੀਂ ਕਰਦੀਆਂ ਹੁੰਦੀਆਂ। ਜਿਸ ਤਰ੍ਹਾਂ ਦੀ ਜਿੱਦ ਭਾਰਤ ਦੀ ਸਰਕਾਰ, ਕੇਂਦਰੀ ਸਰਕਾਰ ਕਰਕੇ ਬੈਠੀ ਹੈ ਵੀ ਜੇ ਤੁਸੀਂ ਕੋਈ ਕਾਨੂੰਨ ਪਾਸ ਕੀਤੇ ਨੇ, ਲੋਕਾਂ 'ਚ ਉਹਦੇ ਵਿਰੁੱਧ ਰੋਸ ਹੈ, ਗੁੱਸਾ ਹੈ, ਲੋਕ ਸੰਘਰਸ਼ ਕਰ ਰਹੇ ਨੇ, ਤੇ ਫਿਰ ਉਹਨਾਂ ਨੂੰ ਸੱਦ ਕੇ ਸੁਣਨਾ ਚਾਹੀਦਾ ਹੈ ਔਰ ਬੈਠ ਕੇ ਟੇਬਲ ਤੇ ਨਿਬੇੜਾ ਕਰਨਾ ਚਾਹੀਦਾ ਹੈ। ਇਹ ਪਹਿਲੀ ਸਰਕਾਰ ਦੇਖੀ ਹੈ ਜਿਹੜੀ ਨਿਬੇੜਾ ਕਰਨ ਦੀ ਥਾਂ ਤੇ ਬਖੇੜਾ ਖੜਾ ਕਰ ਰਹੀ ਹੈ। ਤੇ ਬਖੇੜਾ ਕੀ ਖੜਾ ਕਰ ਰਹੀ ਹੈ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਤੰਗ ਕਰਨ ਲਈ, ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਮਾਲ ਗੱਡੀਆਂ ਬੰਦ ਕਰਨ ਦਾ ਹੁਕਮ ਦਿੰਦੀ ਹੈ। ਉਹਨਾਂ ਨੂੰ ਪਤਾ ਕਿ ਜੇ ਮਾਲ ਗੱਡੀਆਂ ਬੰਦ ਹੋਣਗੀਆਂ ਤੇ ਇੰਡਸਟਰੀ ਨੂੰ ਢਾਹ ਲੱਗੂਗੀ। ਇੰਡਸਟਰੀਟ ਜਿਹੜੇ ਨੇ ਕਿਸਾਨਾਂ ਦੇ ਵਿਰੋਧ 'ਚ ਆਉਣਗੇ, ਵਪਾਰੀ ਕਿਸਾਨਾਂ ਦੇ ਵਿਰੋਧ 'ਚ ਆਉਣਗੇ ਦੁਖੀ ਹੋ ਕੇ, ਔਰ ਕੋਲੇ ਦੀ ਘਾਟ ਆਊਗੀ। ਜਦੋਂ ਕੋਲਾ ਥਰਮਲ ਪਲਾਂਟਾਂ 'ਚ ਨਹੀਂ ਪਹੁੰਚੂਗਾ, ਪੰਜਾਬ 'ਚ ਬਲੈਕ ਆਊਟ ਹੋਊਗਾ, ਤੇ ਜਦੋਂ ਲੋਕਾਂ ਨੂੰ ਬੱਤੀ ਨਹੀਂ ਮਿਲੂਗੀ, ਬਿਜਲੀ ਨਹੀਂ ਮਿਲੂਗੀ, ਤੇ ਲੋਕ ਜਿਹੜੇ ਨੇ ਕਿਸਾਨੀ ਦੇ ਵਿਰੁੱਧ ਆਉਣਗੇ, ਢੋਆ ਢੁਆਈ ਦੀਆਂ ਚੀਜ਼ਾਂ ਆਉਣਗੀਆਂ ਨਹੀਂ, ਜਾਣਗੀਆਂ ਨਹੀਂ, ਤੇ ਲੋਕਾਂ ਨੂੰ ਦਿੱਕਤਾਂ ਆਉਣਗੇ, ਤੇ ਲੋਕ ਜਿਹੜੇ ਹੌਲੀ ਹੌਲੀ ਜਿਹੜੇ ਆ ਕਿਸਾਨਾਂ ਦੇ ਵਿਰੁੱਧ ਖੜੇ ਹੋਣਗੇ। ਅਜਿਹੀ ਜਿਹੜੀ ਨੀਤੀ ਬਣਾ ਕੇ, ਅਜਿਹੀ ਸੋਚ ਧਾਰਨ ਕਰਕੇ ਜਦੋਂ ਕੇਂਦਰ ਸਰਕਾਰਾਂ ਚੱਲਣਗੀਆਂ, ਇਹਦਾ ਮਤਲਬ ਹੈ ਕਿ ਸਰਕਾਰਾਂ ਦੇ ਵਿੱਚ ਸਰਕਾਰ ਦੇ ਵਿੱਚ ਸੰਜੀਦਗੀ ਤੇ ਹਮਦਰਦੀ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਜਿਹੜੀ ਕਿ ਬੜੀ ਦੁੱਖ ਵਾਲੀ ਗੱਲ ਹੈ। ਸਰਕਾਰਾਂ ਹਮੇਸ਼ਾ ਹੀ ਆਪਣੇ ਲੋਕਾਂ ਵਾਸਤੇ, ਆਪਣੇ ਦੇਸ਼ ਵਾਸਤੇ, ਆਪਣੇ ਹਰੇਕ ਵਰਗ ਵਾਸਤੇ ਬਿਹਤਰੀ ਵਾਸਤੇ ਸੋਚਦੀਆਂ ਨੇ, ਪਰ ਇਹ ਸਰਕਾਰ ਜਿਹੜੀ ਪਹਿਲੀ ਹੈ ਜਿਹੜੀ ਤਬਾਹੀ ਵਾਲੇ ਕਦਮ ਪੁੱਟ ਰਹੀ ਹੈ। ਔਰ ਕਿਸਾਨ ਕਹਿੰਦੇ ਹੈ ਕਿ ਇਹ ਕਾਨੂੰਨ ਜਿਹੜੇ ਨੇ ਇਹ ਸਾਡੀ ਤਬਾਹੀ ਹੈ, ਤੇ ਸਰਕਾਰ ਕਹਿੰਦੀ ਨਹੀਂ, ਇਹ ਤਾਂ ਤੁਹਾਡੀ ਹਤਾਸ਼ੀ ਹੈ। ਹੁਣ ਜਿਹਦੇ ਵਾਸਤੇ ਤੁਸੀਂ ਕਾਨੂੰਨ ਬਣਾਇਆ ਉਹੀ ਰੌਲਾ ਪਾ ਰਿਹਾ, ਚੀਕਾਂ ਮਾਰ ਰਿਹਾ ਹੈ ਕਿ ਮੈਨੂੰ ਤਬਾਹ ਨਾ ਕਰੋ, ਮੈਨੂੰ ਬਚਾ ਲਓ, ਮੈਨੂੰ ਇਹੋ ਜਿਹਾ ਕਾਨੂੰਨ ਨਹੀਂ ਚਾਹੀਦਾ। ਤੇ ਤੁਸੀਂ ਉਹਨੂੰ ਕਹਿੰਦੇ ਜੀ ਨਹੀਂ, ਤੇਰੇ ਵਾਸਤੇ ਇਹ ਬੜਾ ਚੰਗਾ ਲੈ ਕੇ ਆਏ ਆ। ਇਹ ਜਿਹੜੀ ਆ ਸਰਕਾਰ ਦੀ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਪਾਲਣ ਵਾਲੀ ਜਿਹੜੀ ਇਹ ਸੋਚ ਆ, ਉਹ ਸਾਹਮਣੇ ਆ ਰਹੀ ਹੈ, ਜਿਹੜੀ ਕਿ ਬਹੁਤ ਹੀ ਚਿੰਤਾਜਨਕ ਹੈ। ਵਿਡੋ ਸਾਹਿਬ, ਪੰਜਾਬ ਭਾਜਪਾ ਜਿਹੜੀ ਉਹ ਲਗਾਤਾਰ ਕਿਸਾਨਾਂ ਦੇ ਨਾਲ ਖੜੇ ਹੋਣ ਦੀ ਗੱਲ ਕਰਦੀ ਆ, ਤੇ ਉਹ ਕੱਲ ਜਿਹੜੇ ਆ ਜਾ ਕੇ ਕੇਂਦਰੀ ਮੰਤਰੀਆਂ ਨੂੰ ਮਿਲੇ ਵੀ ਆ, ਤੇ ਕੀ ਉਹਨਾਂ ਬਾਰੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੀ ਕਹਿਣਾ ਹੈ? ਦੇਖੋ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਯੂਨਿਟ ਹੈ, ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਪੰਜਾਬ ਦੀ ਆਵਾਜ਼ ਨੂੰ ਆਪਣੀ ਹਾਈ ਕਮਾਂਡ ਤੱਕ, ਆਪਣੀ ਸਰਕਾਰ ਤੱਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਤੇ ਸੰਬੰਧਿਤ ਧਿਰਾਂ ਤੱਕ ਪਹੁੰਚਾਉਣਾ ਚਾਹੀਦਾ ਸੀਗਾ, ਔਰ ਪੰਜਾਬ ਦੀ ਆਵਾਜ਼ ਬਣਨਾ ਚਾਹੀਦਾ ਸੀਗਾ।
ਉਲਟਾ ਕੀ ਹੋਇਆ ਹੈ ਕਿ ਜੋ ਕੇਂਦਰ ਵਾਲੇ ਮੋਦੀ ਸਾਹਿਬ ਜਾਂ ਮੋਦੀ ਸਾਹਿਬ ਦੀ ਟੀਮ ਉਹਨਾਂ ਨੂੰ ਹੁਕਮ ਕਰਦੀ ਹੈ, ਉਹ ਆਣ ਕੇ ਇੱਥੇ ਪੰਜਾਬ 'ਚ ਉਹ ਸੁਣਾਉਂਦੇ ਆ ਤੇ ਕਿਸਾਨੀ ਸੰਘਰਸ਼ ਦਾ ਵਿਰੋਧ ਕਰਦੇ, ਜਿਹੜਾ ਕਿ ਦੁਖਦਾਈ ਹੈ, ਜਿਹੜਾ ਕਿ ਨਹੀਂ ਚਾਹੀਦਾ। ਸਾਡੀ ਅੱਜ ਵੀ ਅਪੀਲ ਹੈ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਏਜੰਟ ਨੂੰ ਕਿ ਤੁਸੀਂ ਪੰਜਾਬ ਦਾ ਖਾਂਦੇ ਜੇ, ਔਰ ਤੁਹਾਨੂੰ ਵੀ ਪਤਾ ਕਿ ਇਹ ਕਾਨੂੰਨ ਜਿਹੜੇ ਨੇ ਇਹ ਕਿਸਾਨ ਵਾਸਤੇ ਮਾੜੇ ਨੇ, ਪੰਜਾਬ ਦੇ ਕਿਸਾਨ ਵਾਸਤੇ ਮਾੜੇ ਨੇ, ਔਰ ਪੰਜਾਬ ਦਾ ਕਿਸਾਨ ਧਾਹਾਂ ਮਾਰ ਕੇ ਰੋ ਰਿਹਾ ਹੈ, ਸੰਘਰਸ਼ ਕਰ ਰਿਹਾ ਹੈ। ਤੁਹਾਨੂੰ ਉਹਦੇ ਨਾਲ ਖੜਨਾ ਚਾਹੀਦਾ। ਬੜੀ ਖੁਸ਼ੀ ਦੀ ਗੱਲ ਵੀ ਹੈ ਕਿ ਕੱਲ ਜਿਹੜੇ ਸਾਬਕਾ ਮੰਤਰੀ ਨੇ ਸਰਜੀਤ ਕੁਮਾਰ ਜੈਨੀ ਜੀ, ਭਾਰਤੀ ਜਨਤਾ ਪਾਰਟੀ ਦੇ ਬੜੇ ਵੱਡੇ ਆਗੂ ਨੇ, ਔਰ ਜਿਹੜੀ ਕਿਸਾਨਾਂ ਦੇ ਨਾਲ ਤਾਲਮੇਲ ਕਰਨ ਵਾਸਤੇ ਕਮੇਟੀ ਬਣਾਈ ਸੀ ਉਹਦੇ ਚੇਅਰਮੈਨ ਵੀ ਨੇ, ਉਹਨਾਂ ਨੇ ਵੀ ਖੁੱਲ੍ਹ ਕੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਹੈ। ਔਰ ਕੇਂਦਰ ਸਰਕਾਰ ਨੂੰ, ਮੋਦੀ ਸਰਕਾਰ ਨੂੰ, ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਹੈ, ਚੇਤਾਵਨੀ ਵੀ ਦਿੱਤੀ ਹੈ ਕਿ ਇਹ ਸਮਾਂ ਹੈਗਾ, ਕਾਲੇ ਕਾਨੂੰਨ ਵਾਪਸ ਲੈ ਲਓ। ਮੈਂ ਵੀ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਾ ਹੈ ਤੇ ਬੜੀ ਆਸ ਹੈ ਕਿ ਅੱਜ ਸਰਜੀਤ ਕੁਮਾਰ ਜੈਨੀ ਬੋਲਿਆ ਤੇ ਹੌਲੀ ਹੌਲੀ ਜਿਹੜੇ ਬਾਕੀ ਵੱਡੇ ਲੀਡਰ ਵੀ ਹੋਰ ਵੀ ਜਿਹੜੇ ਨੇ ਉਹ ਵੀ ਭਾਰਤ ਸਰਕਾਰ ਦੇ ਇਸ ਕਦਮ ਦੇ ਵਿਰੁੱਧ, ਕਾਲੇ ਕਾਨੂੰਨਾਂ ਦੇ ਵਿਰੁੱਧ ਸਾਹਮਣੇ ਆਉਣਗੇ। ਬਟਵਾ ਸਾਹਿਬ, ਇੱਕ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੇ ਮਾਮਲਿਆਂ ਤੇ ਬੋਲਦੇ ਰਹਿੰਦੇ ਨੇ ਤੇ ਦਖਲਅੰਦਾਜ਼ੀ ਵੀ ਆਮ ਤੌਰ ਤੇ ਉਹ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਸਿਆਸਤ ਵੀ ਕਰਦੇ ਨਜ਼ਰ ਆਉਂਦੇ ਨੇ। ਲੇਕਿਨ ਕਿਸਾਨੀ ਸੰਘਰਸ਼ ਦੇ ਉੱਤੇ ਨਾ ਤਾਂ ਉਹਨਾਂ ਅਜੇ ਤੱਕ ਕੋਈ ਦਿੱਲੀ ਦੇ ਵਿੱਚ ਮੁੱਖ ਰੂਪ 'ਚ ਕੋਈ ਮੁਖਰ ਆਵਾਜ਼ ਜਿਹੜੀ ਆ ਉਠਾਈ ਆ, ਤੇ ਅਜੇ ਤੱਕ ਨਾ ਉਹਨਾਂ ਕੋਈ ਦਿੱਲੀ ਦੇ ਵਿੱਚ ਕੋਈ ਇਹੋ ਜਿਹਾ ਪ੍ਰੋਗਰਾਮ ਕੀਤਾ ਵੀ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਇਸ ਸੰਘਰਸ਼ ਨੂੰ ਹਮਾਇਤ ਦਿੱਤੀ ਜਾ ਸਕੇ। ਕੀ ਤੁਸੀਂ ਇਹਦੇ ਬਾਰੇ ਜਿਹੜਾ ਆਮ ਆਦਮੀ ਪਾਰਟੀ ਦਾ ਸਟੈਂਡ ਹੈ ਇਸ ਨੂੰ ਲੈ ਕੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਤਾਂ ਬੜੇ ਚਿਰ ਤੇ ਕਹਿੰਦੇ ਆਉਣੇ ਆ ਕਿ ਲਾਲਾ ਜੀ, ਕੇਜਰੀਵਾਲ ਜੀ ਇਹ ਆਰਐਸਐਸ ਦੀ ਪੈਦਾਇਸ਼ ਹੈ। ਆਰਐਸਐਸ ਨੇ ਉਹਨੂੰ ਖੜਿਆ ਕੀਤਾ ਹੈ, ਔਰ ਹੁਣ ਤੇ ਕੇਜਰੀਵਾਲ ਸਾਹਿਬ ਖੁਦ ਵੀ ਸਵੀਕਾਰ ਕਰ ਚੁੱਕੇ ਕਿ ਮੇਰਾ ਪਰਿਵਾਰ ਆਰਐਸਐਸ ਨਾਲ ਸੰਬੰਧਿਤ ਹੈ, ਤੇ ਜਿਹਦੀ ਵਿਚਾਰਧਾਰਾ ਆਰਐਸਐਸ ਹੈ ਤੇ ਫਿਰ ਉਹ ਆਰਐਸਐਸ ਦੀ ਵਿਚਾਰਧਾਰਾ ਵਾਲੇ ਦੇ ਵਿਰੁੱਧ ਕਿਵੇਂ ਕਰ ਸਕਦੇ? ਹੁਣ ਆਪਾਂ ਚਾਹੁੰਦੇ ਕਿ ਸਾਡੇ ਨਾਲ ਹਮਦਰਦੀ ਦਿਖਾਵੇ, ਸਾਡੇ ਨਾਲ ਖੜੇ। ਜਿੰਨੇ ਕਿਰਦਾਰ ਉਸ ਬੰਦੇ ਦੇ ਨੇ ਤੁਸੀਂ ਕਦੇ ਸੋਚ ਨਹੀਂ ਸਕਦੇ। 31 ਅਕਤੂਬਰ ਨੂੰ ਉਹ ਦਿਨ ਸੀ ਜਿਸ ਦਿਨ ਸਿੱਖਾਂ ਨੇ, ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਤੇ ਭਾਈ ਕੇਰ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਦੀ ਸਜ਼ਾ ਦੇ ਕੇ ਉਹਨੂੰ ਉਹਦੇ ਘਰ ਦੇ ਵਿੱਚ ਹੀ ਸੋਧਿਆ ਸੀਗਾ, ਉਹਦਾ ਕਤਲ ਕੀਤਾ ਸੀਗਾ। ਤੇ ਉਸ ਦਿਨ ਅਰਵਿੰਦ ਕੇਜਰੀਵਾਲ ਜੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਪੇਸ਼ ਕਰਦੇ ਨੇ, ਉਹਨਾਂ ਦਾ ਗੁਣਗਾਨ ਕਰਦੇ ਨੇ, ਮੈਸੇਜ ਪਾਉਂਦੇ ਨੇ, ਟਵੀਟ ਕਰਦੇ ਨੇ। ਅਗਲੇ ਦਿਨ ਜਦੋਂ ਸਿੱਖਾਂ ਦਾ ਨਸਲਕੁਸ਼ੀ ਦੀ ਗੱਲ ਆਉਂਦੀ ਹੈ ਤੇ ਕਹਿੰਦੇ ਆ ਕਿ ਬੜਾ ਵੱਡਾ ਕਤਲੇਆਮ ਵੀ ਹੋਇਆ ਸੀਗਾ। ਇਹ ਹੁਣ ਤੁਸੀਂ ਸਿੱਖਾਂ ਦੇ ਦੁਸ਼ਮਣਾਂ ਦੇ ਨਾਲ ਵੀ ਖੜ ਜਾਓ ਤੇ ਕਹੋ ਮੈਂ ਸਿੱਖਾਂ ਨਾਲ ਹਮਦਰਦੀ ਵੀ ਕਰਦਾ ਹਾਂ, ਤੇ ਪੰਜਾਬ ਦੇ ਵਿਰੁੱਧ ਵੀ ਖੜ ਜਾਓ ਤੇ ਕਹੋ ਨਹੀਂ ਮੈਂ ਤਾਂ ਪੰਜਾਬ ਦੇ ਨਾਲ ਵੀ ਹਾਂ। ਇਹ ਗੱਲਾਂ ਲੰਬਾ ਸਮਾਂ ਨਹੀਂ ਚੱਲਦੀਆਂ। ਇਸੇ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਨਕਾਰਤਾ ਆ, ਔਰ ਜਿਹੜਾ ਬੜਾ ਵੱਡਾ ਹਲਾਰਾ ਜਿਹੜਾ ਆਮ ਆਦਮੀ ਪਾਰਟੀ ਨੂੰ ਆਇਆ ਸੀ, ਅੱਜ ਉਹ ਇੱਕ ਤਰ੍ਹਾਂ ਦਾ ਖਾਤਮੇ ਦੇ ਕਿਨਾਰੇ ਤੇ ਬੈਠੀ ਹੈ, ਔਰ ਹਰੇਕ ਦੇ ਮੂੰਹ ਤੇ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਖਤਮ ਹੋ ਚੁੱਕੀ ਹੈ। ਤੇ ਕੇਜਰੀਵਾਲ ਦਾ ਫਰਜ਼ ਬਣਦਾ ਸੀਗਾ ਕਿ ਦੇਸ਼ ਦੀ ਕਿਸਾਨੀ ਦਾ ਸਵਾਲ ਸੀ, ਪੰਜਾਬ ਦੀ ਕਿਸਾਨੀ ਦਾ ਸਵਾਲ ਸੀਗਾ, ਔਰ ਉਸ ਅੰਨਦਾਤੇ ਦਾ ਸਵਾਲ ਸੀਗਾ, ਤੇ ਆਪ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਾ, ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਦਾ, ਤਾਂ ਪਤਾ ਲੱਗਦਾ ਕਿ ਇਹ ਕਿਸਾਨੀ ਦੇ ਹੱਕ 'ਚ ਖੜੋਤਾ ਹੈ। ਤੇ ਕਿਉਂ ਨਹੀਂ ਕਰਦਾ? ਇਸੇ ਕਰਕੇ ਨਹੀਂ ਕਰਦਾ ਕਿ ਅੱਜ ਕੱਲ੍ਹ ਉਹਦੀਆਂ ਜਿਹੜੀਆਂ ਇਕੱਠੀਆਂ ਸਾਂਝਾਂ ਨੇ, ਰਲ ਕੇ ਸਰਕਾਰਾਂ ਚਲਾਈਆਂ ਜਾ ਰਹੀਆਂ ਨੇ। ਅੱਜ ਕੱਲ੍ਹ ਕਦੀ ਤੁਸੀਂ ਜਿਹੜਾ ਨਿੱਤ ਦਿਹਾੜੇ ਮੋਦੀ ਸਰਕਾਰ ਨੂੰ ਗਾਲਾਂ ਕੱਢਦਾ ਸੀ, ਨਰਿੰਦਰ ਮੋਦੀ ਨੂੰ ਗਾਲਾਂ ਕੱਢਦਾ ਸੀ, ਅਮਿਤ ਸ਼ਾਹ ਨੂੰ ਗਾਲਾਂ ਕੱਢਦਾ ਸੀਗਾ, ਨਿੱਤ ਦਿਹਾੜੇ ਉੱਠ ਕੇ ਕਦੇ ਇੱਕ ਲਫ਼ਜ਼ ਨਹੀਂ ਮੂੰਹੋਂ ਸੁਣੋਗੇ, ਕਿਉਂਕਿ ਸਾਂਝਾਂ ਬੜੀਆਂ ਗੂੜੀਆਂ ਪੈ ਚੁੱਕੀਆਂ ਨੇ। ਆਰਐਸਐਸ ਨੇ ਦੋਨਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਹੈ। ਬਟਵਾ ਸਾਹਿਬ, ਇੱਕ ਆਮ ਕਿਸਾਨਾਂ ਦੇ ਵਿੱਚ ਤੇ ਲੋਕਾਂ 'ਚ ਵੀ ਚਰਚਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ 2022 ਦੇ ਵਿੱਚ ਜਿਹੜਾ ਵਾ ਉਹਨੇ ਜਿੱਤ ਤੋਂ ਬਾਅਦ
ਆਪਣੇ ਚੋਣਾਂ ਤੋਂ ਬਾਅਦ ਜਿਹੜਾ ਵਾ ਉਹ ਆਪਣਾ ਭਾਰਤੀ ਜਨਤਾ ਪਾਰਟੀ ਨਾਲ ਮੁੜ ਸਮਝੌਤਾ ਕਰ ਸਕਦਾ ਵਾ। ਇਹਨਾਂ ਸੰਭਾਵਨਾਵਾਂ ਨੂੰ 2022 ਦੇ ਜਿਹੜੇ ਚੋਣ ਦੰਗਲ ਆ ਉਹਦੇ ਸਬੰਧ ਦੇ ਵਿੱਚ ਕਿਵੇਂ ਦੇਖਦੇ ਜੀ? ਦੇਖੋ, ਭਾਰਤੀ ਜਨਤਾ ਪਾਰਟੀ ਨਾਲ ਸਾਂਝ ਅਕਾਲੀ ਦਲ ਨੇ ਇਸ ਕਰਕੇ ਪਾਈ ਸੀ ਕਿ ਦੇਸ਼ ਦੇ ਵਿੱਚ ਦੋ ਵੱਡੀਆਂ ਪਾਰਟੀਆਂ ਨੇ, ਇੱਕ ਕਾਂਗਰਸ ਹੈ, ਇੱਕ ਭਾਰਤੀ ਜਨਤਾ ਪਾਰਟੀ। ਰਾਜਨੀਤਿਕ ਤੌਰ ਤੇ ਕਿਸੇ ਨਾ ਕਿਸੇ ਨਾਲ ਤੁਹਾਨੂੰ ਇੱਕ ਖੇਤਰੀ ਪਾਰਟੀ ਹੋਣ ਕਰਕੇ ਕਿਸੇ ਨਾਲ ਸਾਂਝ ਰੱਖਣੀ ਪੈਣੀ ਸੀ। ਕਾਂਗਰਸ ਨਾਲ ਰੱਖ ਨਹੀਂ ਸੀ ਸਕਦੇ, ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਪਾਈ ਸੀ। ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਸ ਸਮੇਂ ਦੀ ਲੀਡਰਸ਼ਿਪ ਸੀ, ਵਾਜਪਾਈ ਸਾਹਿਬ, ਔਰ ਜਿਨ੍ਹਾਂ ਨੇ ਹਮੇਸ਼ਾ ਹੀ ਅਕਾਲੀ ਦਲ ਨੂੰ ਗੱਲ ਦੇ ਨਾਲ ਲਾ ਕੇ ਰੱਖਿਆ, ਜਿਨ੍ਹਾਂ ਨੇ ਵੱਡੇ ਤੋਂ ਵੱਡਾ ਕਿ ਛੋਟੇ ਤੋਂ ਛੋਟਾ ਜੋ ਵੀ ਫੈਸਲਾ ਲੈਣਾ ਹੁੰਦਾ ਸੀ ਭਰੋਸੇ 'ਚ ਲੈਂਦੇ ਸੀ, ਬਹਿ ਕੇ ਵਿਚਾਰ ਕਰਕੇ ਕਰਦੇ ਸੀ, ਮਾਣ ਦਿੰਦੇ ਸੀ, ਸਤਿਕਾਰ ਦਿੰਦੇ ਸੀ। ਤੇ ਉਹਨਾਂ ਨੇ ਕਦੇ ਜਿਹੜਾ ਆ ਇਹ ਮਹਿਸੂਸ ਨਹੀਂ ਸੀ ਹੋਣ ਦਿੱਤਾ ਜਿਹੜੀ ਅੱਜ ਦੇ ਮੋਦੀ ਸਾਹਿਬ ਨੇ, ਤੇ ਜਿੱਥੇ ਕਾਂਗਰਸ ਪੰਜਾਬ ਵਿਰੋਧੀ ਹੈ, ਸਿੱਖ ਵਿਰੋਧੀ ਹੈ, ਤੇ ਇਸ ਤਰ੍ਹਾਂ ਦਾ ਹੀ ਇਹਨਾਂ ਦਾ ਜਿਹੜੀ ਆ ਵਿਹਾਰ ਹੈ। ਇਹ ਲੋਕ ਵੀ ਪੰਜਾਬ ਹਤੈਸ਼ੀ ਨਹੀਂ, ਹੰਕਾਰ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ। ਜਿਹੜੀ ਹੁਣ ਦੀ ਲੀਡਰਸ਼ਿਪ ਹੈ, ਚਾਹੇ ਮੋਦੀ ਜੀ ਨੇ, ਚਾਹੇ ਅਮਿਤ ਸ਼ਾਹ ਜੀ ਨੇ, ਜਾਂ ਬਾਕੀ ਜਿਹੜੇ ਹੈਗੇ ਨੇ, ਇਸ ਕਰਕੇ ਅਜਿਹਿਆਂ ਤੋਂ ਨਾਲ ਸਾਂਝ ਤੋੜ ਕੇ ਅਕਾਲੀ ਦਲ ਖੁਸ਼ੀ ਮਹਿਸੂਸ ਕਰ ਰਿਹਾ ਹੈ। ਔਰ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਵਿੱਚ ਗੱਲ ਚੱਲ ਰਹੀ ਸੀ ਕਿ ਸਾਨੂੰ ਇਹਨਾਂ ਤੋਂ ਤੋੜ ਵਿਛੋੜਾ ਕਰ ਲੈਣਾ ਚਾਹੀਦਾ ਹੈ। ਔਰ ਬੜਾ ਮੌਕੇ ਤੇ ਆਣ ਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਆ ਉਹਨਾਂ ਦੇ ਨਾਲ ਤੋੜ ਵਿਛੋੜੇ ਵਾਲਾ ਕਦਮ ਚੁੱਕਿਆ, ਜਿਹੜਾ ਕਿ ਇਤਿਹਾਸਕ ਵੀ ਹੈ ਕਿ ਕਿਸਾਨੀ ਦੀ ਖਾਤਰ ਜਿਹੜਾ ਆ ਵਜ਼ੀਰੀ ਵੀ ਛੱਡੀ ਹੈ ਤੇ ਗਠਬੰਧਨ ਵੀ ਤੋੜਿਆ। ਤੇ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ, ਇਹ ਜਿਹੜਾ ਹੁਣ ਜਿਹੜਾ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਰਾਜਨੀਤਿਕ ਤੌਰ ਤੇ ਕਿਸੇ ਵੀ ਤਰ੍ਹਾਂ ਦੀ, ਕਿਸੇ ਵੀ ਰੂਪ 'ਚ, ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਪਈ। ਵਡੋਲ ਸਾਹਿਬ, ਜਿਹੜਾ ਆਪਣਾ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਜਿਹੜਾ ਅਸਤੀਫਾ ਦੇਣ ਦਾ ਜਿਹੜਾ ਤੁਸੀਂ ਜਿਹਨੂੰ ਇਤਿਹਾਸਕ ਕਦਮ ਕਹਿ ਰਹੇ ਜੀ, ਇਹ ਆਮ ਤੌਰ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਬਿੱਲ ਟੇਬਲ ਹੋਏ ਸੀ ਉਦੋਂ ਹੀ ਬੀਬਾ ਜੀ ਨੂੰ ਜਿਹੜਾ ਵਾ ਇਹਦੇ ਸੰਬੰਧ ਵਿੱਚ ਅਸਤੀਫਾ ਦੇ ਦੇਣਾ ਚਾਹੀਦਾ ਸੀ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਤੇ ਜਦਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹਨੇ ਕਾਫੀ ਦੇਰ ਬਾਅਦ ਆਵਾਜ਼ ਬੁਲੰਦ ਕੀਤੀ। ਕੀ ਕਹਿਣਾ ਚਾਹੋਗੇ ਜੀ? ਦੇਖੋ, ਪਹਿਲੀ ਤਾਂ ਗੱਲ ਹੈ ਕਿ ਜਦੋਂ ਕੈਬਨਿਟ ਦੇ ਵਿੱਚ ਇਹ ਬਿੱਲ ਆਇਆ, ਬੀਬਾ ਜੀ ਨੇ ਬਕਾਇਦਾ ਉੱਥੇ ਗੱਲ ਕੀਤੀ ਸੀ ਕਿ ਇਹ ਕਿਸਾਨੀ ਨਾਲ ਸੰਬੰਧਿਤ ਹੈ। ਭਾਵੇਂ ਉਹਨਾਂ ਨੇ ਉੱਥੇ ਵੀ ਧੋਖਾ ਕੀਤਾ ਸੀਗਾ ਕਿ ਇਹ ਖੇਤੀਬਾੜੀ ਸਬਜੈਕਟ ਦੇ ਤੌਰ ਤੇ ਪਾਸ ਨਹੀਂ ਕੀਤੇ, ਇਹਨੂੰ ਟ੍ਰੇਡ ਐਂਡ ਕਮਰਸ 'ਚ ਲਿਆਂਦਾ ਸੀਗਾ, ਵਣਜ ਅਤੇ ਵਪਾਰ ਦੇ ਤਹਿਤ ਇਹਨਾਂ ਨੂੰ ਪਾਸ ਕੀਤਾ ਹੈ। ਉਹਦੇ ਉੱਤੇ ਵੀ ਉਹਨਾਂ ਰੱਖਿਆ ਸੀਗਾ, ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਬੜਾ ਐਗਰੀਕਲਚਰ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ, ਤੇ ਵਣਜ ਤੇ ਵਪਾਰ ਦੇ ਟ੍ਰੇਡ ਐਂਡ ਕਮਰਸ 'ਚ ਉਹ ਪਾਸ ਕੀਤੇ ਗਏ। ਪਰ ਫਿਰ ਵੀ ਬੀਬਾ ਜੀ ਨੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਿਹਾ ਕਿ ਕਿਸਾਨੀ ਨਾਲ ਸੰਬੰਧਿਤ ਬਿੱਲ ਨੇ, ਕਿ ਕਿਸਾਨਾਂ ਦੇ ਨਾਲ ਇਹਦੇ ਬਾਰੇ ਵਿਚਾਰ ਕਰ ਲਿਆ ਗਿਆ। ਔਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਕਿਸਾਨ ਹਤੈਸ਼ੀ ਨੇ। ਸਾਡੇ ਵੱਲੋਂ ਜਿਹੜੇ ਸਵਾਲ ਚੁੱਕੇ ਗਏ, MSP ਦੇ ਚੁੱਕੇ ਗਏ ਜਾਂ ਪ੍ਰੋਕਿਉਰਮੈਂਟ ਦੇ ਚੁੱਕੇ ਗਏ, ਉਹਨਾਂ ਕਿਹਾ ਇਹ ਉਸੇ ਤਰ੍ਹਾਂ ਜਾਰੀ ਰਹੂਗੀ। ਪਰ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਸਟੱਡੀ ਕੀਤਾ, ਜਿਹੜੇ ਵੱਡੇ ਵੱਡੇ ਖੇਤੀ ਮਾਹਰ ਨੇ, ਜਿਹੜੇ ਆਰਥਿਕ ਮਾਹਰ ਨੇ, ਜਿਹੜੇ ਵੱਡੇ ਵੱਡੇ ਕਾਨੂੰਨਦਾਨ ਨੇ, ਉਹਨਾਂ ਨਾਲ ਵਿਚਾਰ ਕੀਤਾ ਗਿਆ ਤੇ ਉਹਨਾਂ ਕਿਹਾ ਇਹ ਜਿਹੜੇ ਕਾਨੂੰਨ ਨੇ ਇਹ ਬੜੇ ਘਾਤਕ ਨੇ। ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਕੋਸ਼ਿਸ਼ ਕੀਤੀ ਕਿ ਕੇਂਦਰ ਸਰਕਾਰ ਨੂੰ ਸਮਝਾਉਣ ਦੀ ਔਰ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਦੀ ਕਿ ਇਹ ਜਿਹੜੇ ਤੁਸੀਂ ਆਰਡੀਨੈਂਸ ਲੈ ਕੇ ਆਏ ਜੀ, ਇਹ ਕਿਸਾਨ ਵਿਰੋਧੀ ਨੇ ਔਰ ਇਹਨਾਂ ਦੇ ਵਿੱਚ ਕਿਸਾਨ ਚਾਹੁੰਦੇ ਨੇ ਕਿ ਆਹ ਚੀਜ਼ਾਂ ਦੀ ਜਿਹੜੀ ਆ ਸੋਧ ਕਰ ਲਈ ਜਾਵੇ, ਆਹ ਚੀਜ਼ਾਂ ਕੱਢ ਦਿੱਤੀਆਂ ਜਾਣ, ਆਹ ਚੀਜ਼ਾਂ ਪਾ ਦਿੱਤੀਆਂ ਜਾਣ, ਫਿਰ ਜਿਹੜਾ ਆ ਕਿਸਾਨਾਂ ਨੂੰ ਜਿਹੜਾ ਆ ਇਹ ਪ੍ਰਮਾਣ ਹੋਊਗਾ। ਪਰ ਉਹ ਸੁਣ ਜ਼ਰੂਰ ਨਹੀਂ ਦੇ ਰਹੇ, ਪਰ ਉਹਨਾਂ ਕੀਤਾ ਕੱਖ ਨਹੀਂ। ਅਸੀਂ ਅਖੀਰ ਤੱਕ ਸਾਡੀ ਕੋਸ਼ਿਸ਼ ਇਹ ਰਹੀ ਕਿ ਜਿਹੜੇ ਉਹ ਆਰਡੀਨੈਂਸ ਸੀਗੇ ਉਹ ਪਾਰਲੀਮੈਂਟ ਦੇ ਵਿੱਚ ਬਿੱਲ ਨਾ ਲਿਆਂਦਾ ਜਾਵੇ। ਪਾਰਲੀਮੈਂਟ 'ਚ ਲਿਆਉਣ ਦੀ ਬਜਾਏ ਉਹਨੂੰ ਫਿਲਹਾਲ ਜਿਹੜਾ ਹੈ ਸਿਲੈਕਟ ਕਮੇਟੀ ਦੇ ਹਵਾਲੇ ਕਰ ਦਿਓ ਕਿ ਕੁਝ ਨਾ ਕੋਈ ਸਮਾਂ ਲੰਘ ਜੂ, ਕੋਈ ਨਾ ਕੋਈ ਹੱਲ ਨਿਕਲ ਆਊਗਾ। ਪਰ ਉਹਨਾਂ ਨੇ ਇਹ ਵੀ ਨਹੀਂ ਮੰਨੀ ਤੇ ਫਿਰ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਸੀ ਕੋਰ ਕਮੇਟੀ ਨੇ ਕਿ ਜੇ ਸਾਡੀ ਅਖੀਰ ਤੱਕ ਨਹੀਂ ਮੰਨਦੇ ਤੇ ਫਿਰ ਪਾਰਲੀਮੈਂਟ ਦੇ ਵਿੱਚ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਾਂਗੇ, ਵਿਰੋਧ 'ਚ ਵੋਟ ਪਾਵਾਂਗੇ, ਅਸਤੀਫਾ ਦੇਵਾਂਗੇ, ਗਠਬੰਧਨ ਤੋੜਾਂਗੇ। ਔਰ ਉਹ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਆਪਦਾ ਰੋਲ ਨਿਭਾਇਆ। ਬਾਕੀ
ਕਿੰਤੂ ਪਰੰਤੂ ਕਰਨ ਵਾਲਿਆਂ ਤੇ ਰੱਬ ਨੂੰ ਨਹੀਂ ਬਖਸ਼ਿਆ, ਤੇ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਤਾਂ ਬਹੁਤ ਛੋਟੀ ਜਿਹੀ ਗੱਲ ਹੈ। ਵਿਡੋ ਸਾਹਿਬ, ਇਸ ਸੰਘਰਸ਼ ਤੋਂ ਜਿੱਦਾਂ ਰਾਜਨੀਤਿਕ ਪਾਰਟੀਆਂ ਖੜੀਆਂ ਨੇ ਪੰਜਾਬ ਦੀ ਡੱਕ ਕੇ, ਕੋਈ ਸੰਭਾਵਨਾ ਕਿ ਇਹਦਾ ਕੋਈ ਜਿਹੜਾ ਵਾ ਉਹ ਸਾਰਥਕ ਨਤੀਜਾ ਨਿਕਲੂਗਾ? ਦੇਖੋ, ਹਮੇਸ਼ਾ ਪ੍ਰਾਪਤੀਆਂ ਤੇ ਸੰਘਰਸ਼ ਤੇ ਹੁੰਦੀਆਂ ਨੇ, ਤੇ ਜਦੋਂ ਹਾਕਮ ਤੇ ਹਾਕਮ ਬਜ਼ਿੱਦ ਹੋਣ, ਜਿੱਦੀ ਹੋਣ, ਉਹਨਾਂ ਤੱਕ ਗੂੰਗੇ ਤੇ ਬੋਲੇ ਹੋਣ, ਉਹਨਾਂ ਤੱਕ ਆਵਾਜ਼ ਪਹੁੰਚਾਉਣ ਲਈ ਫਿਰ ਸੰਘਰਸ਼ ਕਰਨੇ ਪੈਂਦੇ ਨੇ। ਫਿਰ ਸੰਘਰਸ਼ ਹੀ ਨਿਕਲਦਾ ਹੁੰਦਾ ਹੈ। ਔਰ ਬੜੀ ਤਸੱਲੀ ਵਾਲੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਲਗਭਗ 1.5 ਮਹੀਨੇ ਤੋਂ ਸੰਘਰਸ਼ ਕਰ ਰਹੀਆਂ ਨੇ। ਲੱਖਾਂ ਦੀ ਤਾਦਾਦ 'ਚ ਲੋਕ ਇਸ ਸੰਘਰਸ਼ 'ਚ ਸ਼ਾਮਲ ਹੋਏ ਨੇ ਤੇ ਹੋ ਰਹੇ ਨੇ, ਪਰ ਬੜੇ ਸ਼ਾਂਤਮਈ ਤੇ ਬੜੇ ਲੋਕਤੰਤਰਿਕ ਤਰੀਕੇ ਦੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ। ਔਰ ਕਿਸੇ ਵੀ ਤਰ੍ਹਾਂ ਦੀ ਨਿੱਕੀ ਤੋਂ ਨਿੱਕੀ ਘਟਨਾ ਵੀ ਜਿਹੜੀ ਹੈ ਉਹ ਹਿੰਸਕ ਨਹੀਂ ਵਾਪਰੀ। ਇਹ ਬੜੀ ਵੱਡੀ ਕਮਾਂਡ ਦੀ ਗੱਲ ਹੈ, ਬੜੇ ਵੱਡੇ ਜਾਬਤੇ ਦੀ ਗੱਲ ਹੈ, ਜਿਸ ਜਾਬਤੇ ਨੂੰ ਕਿਸਾਨ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਕਾਇਮ ਰੱਖਿਆ। ਇਹ ਸਨ ਜੀ ਪ੍ਰੋਫੈਸਰ ਵਿਰਸਾ ਸਿੰਘ ਵਲਟੋਆ, ਜਿਨ੍ਹਾਂ ਦਾ ਕਹਿਣਾ ਆ ਕਿ ਜਿਹੜੀਆਂ ਵੀ ਆਪਣੀਆਂ ਮੰਗਾਂ ਹੁੰਦੀਆਂ ਨੇ, ਕੋਈ ਵੀ ਜਿਹੜਾ ਹੈਗਾ ਉਹ ਇਨਸਾਫ ਲਈ ਜਿਹੜਾ ਸੰਘਰਸ਼ ਕਰਨਾ ਪੈਂਦਾ, ਤੇ ਕਿਸਾਨ ਵੀ ਆਪਣੀਆਂ ਮੰਗਾਂ ਲਈ ਹੱਕ ਲੈਣ ਲਈ ਸੰਘਰਸ਼ ਕਰ ਰਹੇ ਨੇ, ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਦੇ ਨਾਲ ਡਟ ਕੇ ਖੜਾ ਵਾ, ਤੇ ਇਹ ਜਿਹੜਾ ਆ ਸੰਘਰਸ਼ ਇਹਦੇ ਸਾਰਥਕ ਨਤੀਜੇ ਜ਼ਰੂਰ ਨਿਕਲਣਗੇ। ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਲਈ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਤੋਂ ਕੈਮਰਾਮੈਨ ਹਰਵਿੰਦਰ ਸਿੰਘ ਭਾਟੀਆ ਤੇ ਅਮਰਗੌਰ ਸਿੰਘ ਭਗਵਾਨਪੁਰਾ ਦੇ ਨਾਲ ਪਿਸ਼ੌਰਾ ਸਿੰਘ ਪੰਨੂ ਦੀ ਰਿਪੋਰਟ।